ਅਰਜਨ ਕਾਇਆ ਪਲਟ ਦੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਕੀੜੀ ਛੋਟੀਆਂ ਰੂਪ ਦਿਖਾਵਣ ਵਾਰ ਵਾਰੀ ਗਲ ਕੰਜਨ ਗੁਰ ਸੂਰਮਾ ਵੱਡ ਯੋਧਾ ਕਹੋ ਪਰ ਉਪਕਾਰੀ ਸੁਖਾਉ ਟਲ ਗੁਰ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਜਨਮ ਮਰਨ ਦੁਖ ਜਾਏ ਹੋਵੇ ਸਿੱਧ ਪਸੰਦੀ ਪੂਰ ਪਰਸੋਂ ਹੋ ਤੁਧ ਜਿੱਥੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਗ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਗੈਸ ਧੂਪ ਦੇਵੋ ਤਉ ਦੂਧੈ ਤਉ ਜਾਵੋ ਦੂਧ ਕਰਨ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਭਾਂਡਾ ਧੋਏ ਗੈਸ ਧੂਪ ਦੇਵੋ ਤਉ ਦੂਧੈ ਤਉ ਜਾਵੋ ਦੂਧ ਕਰਨ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਜਪੋ ਤਪ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ ਇਹੋ ਮਨ ਕੀਟੀ ਹਾਥ ਕਰੋ ਪੁਨ ਨੇਤਰੋਂ ਨੀਂਦ ਨ ਆਵੈ ਰਸਨਾ ਨਾਮ ਜਪੋ ਤਬ ਮਥੀਐ
ਇਨ ਵਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰਨਾਵਣ, ਪਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਵਤ ਰਹੈ। ਕਹਿੰਦੇ ਕਹਿ ਜਾਵੇ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਾਲਾਹੀ ਸੱਚਾ ਸੋਈ। ਕਹਿੰਦੇ ਕਹਿ ਜਾਵੇ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਾਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ, ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ, ਚਾਉ ਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਹੋ, ਤਉ ਦੂਧੈ ਕਉ ਜਾਵੋ। ਦੂਧ ਕਰਮ ਪੁਨ ਸੁਰਤ ਸਮਾਇ, ਹੋਏ ਨਿਰਾਸ ਜਮਾਵੋ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਪ੍ਰਥਮ ਆਪ ਸਰਬਤ ਸੰਗਤਾਂ ਨੂੰ ਦਲ ਭੰਜਨ ਗੁਰ ਸੂਰਮਾ ਬਾਟ ਯੋਧਾ ਬਹੁਤ ਪਰ ਉਪਕਾਰੀ। ਮੇਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਇਹ ਵੱਡੇ ਭਾਗ ਨੇ ਅਮਲੋ ਦੀਆਂ ਸੰਗਤਾਂ ਦੇ ਕਿ ਹਰ ਗੁਰੂ ਸਾਹਿਬਾਨ ਦੇ ਭਗਤਾਂ ਦੇ ਸ਼ਹੀਦਾਂ ਸਿੱਖਾਂ ਔਰ ਸਿੰਘਾਂ ਦੇ ਦਿਹਾੜੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਏ ਜਾਂਦੇ ਨੇ। ਸੋ ਆਪ ਸੰਗਤਾਂ ਦਾ ਸਹਿਯੋਗ, ਗੁਰੂ ਘਰ ਦੇ ਸ਼ਰਧਾਲੂ ਪਰਿਵਾਰ, ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੋ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ ਆਪਾਂ ਸਭ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹਿਲੇ ਸਤਿਗੁਰੂ ਨੇ, ਜਿਨ੍ਹਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਅਹਿਮ ਯੋਗਦਾਨ ਪਾਏ ਤੇ ਸਿੱਖਾਂ ਤੋਂ ਪਵਾਏ। ਕੋਈ ਵੀ ਜੰਗ ਵੇਖੋ,
ਛੇਵੇਂ ਪਾਤਸ਼ਾਹ ਜੀ ਨੇ 4 ਵੱਡੀਆਂ ਜੰਗਾਂ ਲੜੀਆਂ, ਪਰ ਕਿਸੇ ਵੀ ਜੰਗ ਵਿੱਚ ਸਾਹਿਬ ਨੇ ਪਹਿਲਾਂ ਚੜ੍ਹਾਈ ਨਹੀਂ ਕੀਤੀ। ਜਿਹੜਾ ਚੜ੍ਹ ਕੇ ਆਇਆ ਉਹਨੂੰ ਦੱਸਿਆ ਵੀ ਜੰਗ ਲੜੀ ਕਿਵੇਂ ਜਾਂਦੀ ਹੈ। ਇਹ ਪਹਿਲੇ ਸਤਿਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਮਿਲਟਰੀ ਟ੍ਰੇਨਿੰਗ, ਫੌਜੀ ਟ੍ਰੇਨਿੰਗ ਫੌਜ ਦੀ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਦੇਣੀ ਕੀਤੀ। ਪਰ ਪਾਵਨ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅਕਾਲ ਗੰਗਾ ਦੀ ਰਚਨਾ ਇਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੀ ਕੀਤੀ, ਕਰਵਾਈ। ਧੰਨ ਬਾਬਾ ਬੁੱਢਾ ਸਾਹਿਬ ਜੀ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਹੋਰ ਕੋਈ ਕਾਰੀਗਰ ਸਾਹਿਬ ਨੇ ਨਹੀਂ ਲਗਵਾਇਆ। ਉਹ ਮਹਾਨ ਗੁਰੂ ਘਰ ਦੇ ਸੇਵਕ ਸਿੱਖ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਖੁਦ ਸਤਿਗੁਰੂ ਨੇ ਸ੍ਰੀ ਅਕਾਲ ਗੰਗਾ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਪਰ ਸਭ ਤੋਂ ਪਹਿਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਥਾਪਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰੂ ਕੀ ਵਡਾਲੀ ਦੇ ਵਿੱਚ ਹੋਇਆ ਸਨ 1595 ਔਰ 1644 ਮਾਰਚ ਦਾ ਮਹੀਨਾ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੀ ਇਸ ਨਗਰੀ ਦੀ ਰਚਨਾ ਕਰਵਾਈ ਆਪਣੇ ਸਭ ਤੋਂ ਵੱਡੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਜੀ ਤੋਂ। ਤਕਰੀਬਨ ਕਈ ਵਰੇ ਇਤਿਹਾਸਕਾਰ ਲਿਖਦੇ ਨੇ 9 ਸਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਿਰਾਜੇ 9 ਵਰੇ ਦੇ ਕਰੀਬ। ਔਰ ਮੀਰੀ ਪੀਰੀ ਦੇ ਮਾਲਕ ਗੁਰਦੇਵ ਪਿਤਾ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਤੇ ਫਿਰ ਸਹਿਜੇ ਸਹਿਜੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ। ਪੰਚਮ ਪਾਤਸ਼ਾਹ ਪਿਤਾ ਸਤਿਗੁਰੂ ਸ਼ਹੀਦਾਂ ਦੇ ਸਰਤਾਜ। ਵੇਖੋ ਪਿਤਾ ਸਤਿਗੁਰੂ ਸ਼ਹੀਦਾਂ ਦੇ ਸਰਤਾਜ, ਪਹਿਲੇ ਸਤਿਗੁਰੂ ਜਿਨ੍ਹਾਂ ਨੇ ਜਾਮੇ ਸ਼ਹਾਦਤ ਦਾ ਪਿਆਲਾ ਪੀਤਾ ਤੇ ਸਾਕਾ ਲਾਹੌਰ ਵਰਤਾਇਆ। ਪਹਿਲੇ ਗੁਰੂ ਉਸੇ ਸਤਿਗੁਰੂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਹਿਲੇ ਗੁਰੂ ਨੇ ਜਿਨ੍ਹਾਂ ਨੇ ਜੰਗਾਂ ਯੁੱਧਾਂ ਨੂੰ ਕਰਨਾ ਕੀਤਾ। ਸੋ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਤੁਹਾਡੇ ਹੀ ਬਚਨ ਨੇ ਹਰਗੋਬਿੰਦ ਸਾਹਿਬ ਜੀ ਪ੍ਰਤੀ ਤੇ ਉਹਨਾਂ ਦਾ ਆਗਮਨ ਹੋਇਆ। ਲਓ ਸੰਭਾਲੋ ਸਾਰੀ ਬਾਗਡੋਰ ਤੁਸੀਂ ਇਸ ਸਾਹਿਬਜ਼ਾਦਾ ਜੀ ਨੂੰ ਗੁਰਮਤਿ ਦੀ ਤਾਲੀਮ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਤੁਸੀਂ ਸਿਖਾਉਣੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਰੀ ਸ਼ਸਤਰ ਵਿਦਿਆ ਤੇ ਗੁਰਮਤਿ ਦੀ ਤਾਲੀਮ ਦਿੱਤੀ। ਇਹ ਮਾਣ ਪੰਚਮ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਆ। ਇਧਰ ਬਾਬਾ ਪ੍ਰਿਥੀ ਚੰਦ
ਸ਼ੁਰੂ ਤੋਂ ਹੀ ਵਿਰੋਧਤਾ ਕਰਦੇ ਆ ਰਹੇ ਨੇ ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੱਲ ਬਾਦਸ਼ਾਹ ਤੱਕ ਪਹੁੰਚਦੀ ਹੈ ਤੇ ਉਹਦੀ ਜਿਹੜੀ ਦੁਸ਼ਟ ਚੌਂਕੜੀ ਹੈ ਦੀਵਾਨ ਚੰਦੂ ਵਰਗੇ, ਉਹ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਮੈਂ ਬਦਲਾ ਲਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ। ਤੇ ਫਿਰ ਉਹ ਸਮਾਂ ਵੀ ਆ ਗਿਆ ਜਦੋਂ ਲਾਹੌਰ ਤੋਂ ਇਹਦੀ ਆਉਂਦਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆ ਕੇ ਕਹਿੰਦਾ, ਸਤਿਗੁਰੂ ਚੰਦੂ ਦੀ ਜਿਹੜੀ ਨੀਅਤ ਹੈ ਉਹ ਭਲੀ ਨਹੀਂ, ਸਤਿਗੁਰੂ ਉਹ ਨੁਕਸਾਨ ਕਰਾਉਣਾ ਚਾਹੁੰਦਾ ਹੈ ਕਿ ਮਹਾਰਾਜ ਮੈਂ ਤੇ ਹੁਕਮ ਦਾ ਬੱਧਾ ਹਾਂ, ਤੁਹਾਡੇ ਤੇ ਇਹ ਦੋਸ਼ ਆਇਦ ਕੀਤੇ ਗਏ ਨੇ, ਆਪ ਜੀ ਨੂੰ ਲਾਹੌਰ ਸੱਦਿਆ। ਸਤਿਗੁਰੂ ਜੀ ਨੇ ਉਹਨੂੰ ਇੱਕ ਰਾਤ ਰੱਖਿਆ ਅੰਮ੍ਰਿਤਸਰ ਸਾਹਿਬ ਤੇ ਮਹਾਰਾਜ ਕਹਿੰਦੇ ਤੁਸੀਂ ਚੱਲੋ ਤੇ ਤੁਹਾਡੇ ਮਗਰ ਮਗਰ ਅਸੀਂ ਆਉਨੇ ਆ। ਇਧਰ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਜੋ ਦਿਹਾੜਾ ਹੈ ਗੁਰਤਾ ਗੱਦੀ ਗੁਰਪੁਰਬ ਰਾਤ ਦਾ ਸਮਾਂ ਤੇ ਮਹਾਰਾਜ ਜੋ ਹੁਣ ਗੁਰਦੁਆਰਾ ਕੋਠੜੀ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹੀ ਹੈ, ਨਾਲੇ ਹੈ ਜਿੱਥੇ ਪਹਿਲੇ ਪ੍ਰਕਾਸ਼ ਜਦੋਂ ਪੰਚਮ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੀ, ਮਹਾਰਾਜ ਪ੍ਰਕਾਸ਼ ਤੇ ਤੁਸਾਂ ਕਰਵਾਏ ਨੇ ਤੇ ਰਾਤ ਨੂੰ ਜਿਹੜੀ ਸੇਵਾ ਹੋਣੀ ਹੈ ਸੁਖਾਸਣ ਦੀ ਉਹ ਕਿੱਥੇ? ਸਾਹਿਬ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜਿਸ ਪਲੰਗ ਤੇ ਅਸੀਂ ਵਿਰਾਜਦੇ ਹਾਂ ਉੱਥੇ ਅੱਜ ਤੋਂ ਗ੍ਰੰਥ ਸਾਹਿਬ ਜੀ ਵਿਰਾਜਿਆ ਕਰਨਗੇ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਤੇ ਤੁਸੀਂ ਸਤਿਗੁਰੂ ਕਹਿੰਦੇ ਉਸ ਪਲੰਗ ਦੇ ਥੱਲੇ ਅਸੀਂ ਵਿਰਾਜਿਆ ਕਰਾਂਗੇ ਜ਼ਮੀਨ ਉੱਪਰ। ਅੱਜ ਵੀ ਤੁਸੀਂ ਜਾਓ ਉਸ ਪਾਵਨ ਸਥਾਨ ਤੇ ਗੁਰਦੁਆਰਾ ਕੋਠੜੀ ਸਾਹਿਬ ਦੇ ਕਦੇ ਦਰਸ਼ਨ ਕਰੋ ਤਾਂ ਜਿੱਥੇ ਮਹਾਰਾਜ ਜੀ ਦੇ ਸੁਖਾਸਣ ਕੀਤੇ ਜਾਂਦੇ ਨੇ ਉਸ ਪਲੰਗ ਦੇ ਥੱਲੇ ਚਿੱਟੀ ਚਾਦਰ ਅੱਜ ਵੀ ਵਿਛਦੀ ਹੈ, ਉਹ ਨਿਸ਼ਾਨੀ ਹੈ, ਉਹ ਕਮਰਾ ਹੈ ਕੋਠੜੀ ਸਾਹਿਬ। ਤੇ ਰਾਤ ਦਾ ਸਮਾਂ ਤੇ ਬਾਬਾ ਬੁੱਢਾ ਸਾਹਿਬ ਜੀ ਕੋਲ ਨੇ ਪੰਚਮ ਪਾਤਸ਼ਾਹ ਦੇ ਤਿਆਰੀ ਲਾਹੌਰ ਦੀ ਕਰ ਲਈ ਹੈ ਸਤਿਗੁਰੂ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਪੰਚਮ ਪਾਤਸ਼ਾਹ, ਬਾਬਾ ਜੀ ਭਾਈ ਗੁਰਦਾਸ ਜੀ ਨੂੰ ਵੀ ਬੁਲਾ ਲਓ। ਭਾਈ ਗੁਰਦਾਸ ਜੀ ਵੀ ਆ ਗਏ। ਸਾਹਿਬ ਕਹਿੰਦੇ ਹੁਣ ਮੇਰੇ ਪੁੱਤਰ ਹਰਗੋਬਿੰਦ ਨੂੰ ਵੀ ਬੁਲਾ ਲਓ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆ ਗਏ। ਧੰਨ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਕੇਵਲ ਚਾਰੇ ਜਣੇ ਨੇ ਉਸ ਪਾਵਨ ਅਸਥਾਨ ਤੇ, ਗੁਰਦੁਆਰਾ ਕੋਠੜੀ ਸਾਹਿਬ ਵਾਲੇ ਪਾਵਨ ਅਸਥਾਨ ਤੇ। ਜਦੋਂ ਬਹਿ ਗਏ ਸਭ ਤਾਂ ਪੰਚਮ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਆ ਵੇਖੋ ਹਰਗੋਬਿੰਦ ਜੀ ਹੁਣ ਜਵਾਨ ਹੋ ਗਏ ਨੇ। ਤੇ ਬਾਬਾ ਜੀ ਕਹਿੰਦੇ, ਹਾਂ ਮਹਾਰਾਜ ਵੇਖੋ ਇਹਨਾਂ ਦਾ ਢੀਲ ਡੌਲ, ਇਹਨਾਂ ਦਾ ਕੱਦ ਕਾਠ ਸਤਿਗੁਰੂ ਐਡਾ ਉੱਚਾ ਹੋਏਗਾ ਕਿ ਦੁਨੀਆ ਦੇ ਵਿੱਚ ਇਹਨਾਂ ਦੇ ਕੱਦ ਕਾਠ ਦੀ ਵੀ ਕੋਈ ਬਰਾਬਰੀ ਨਹੀਂ ਕਰ ਸਕੇਗਾ। ਔਰ ਇਹ ਸੱਚ ਹੈ, ਗੁਰੂ ਦੇ ਕੱਦ ਕਾਠ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਐਸਾ ਢੀਲ ਡੌਲ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਸਤਿਗੁਰੂ ਦੇ ਮੁਕਾਬਲੇ ਦਾ ਕੋਈ ਨਹੀਂ ਸੀ। ਪੈਂਦੇ ਖਾਂ ਨੇੜੇ ਤੇੜੇ ਪਹੁੰਚਦਾ ਸੀ। ਮਹਾਰਾਜ ਜੀ ਦੇ ਕੱਦ ਕਾਠ ਦੇ ਹੋਰ ਕੋਈ ਨਹੀਂ ਸੀ ਪੂਰੇ ਭਾਰਤ ਵਰਸ਼ ਦੇ ਵਿੱਚ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਬਾਬਾ ਜੀ ਹਰਗੋਬਿੰਦ ਹੁਣ ਤਕੜੇ ਹੋ ਗਏ ਨੇ,
ਜਵਾਨ ਹੋ ਗਏ ਨੇ ਤੇ ਅਸਾਂ ਮਹਿਸੂਸ ਕੀਤਾ ਬਈ ਇਹ ਜਿਹੜੀ ਜ਼ਿੰਮੇਵਾਰੀ ਹੈ ਗੁਰੂ ਨਾਨਕ ਦੇ ਤਖਤ ਦੀ, ਇਹ ਹੁਣ ਭਲੀ ਭਾਂਤ ਚੱਕਣ ਦੇ ਲਈ ਸਮਰੱਥ ਨੇ। ਜਦੋਂ ਇਹ ਬਚਨ ਕੀਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਪਿਤਾ ਸਤਿਗੁਰੂ, ਇਹ ਕੁਝ ਤੇ ਉਦੋਂ ਹੁੰਦਾ ਹੈ ਜਦੋਂ ਗੁਰੂ ਸਾਹਿਬਾਨ ਸੱਚਖੰਡ ਗਮਨ ਕਰਦੇ ਨੇ, ਸਰੀਰ ਤਿਆਗਦੇ ਨੇ। ਤੇ ਪਿਤਾ ਸਤਿਗੁਰੂ, ਅਜੇ ਤੇ ਤੁਸੀਂ ਮੇਰੇ ਸਾਹਮਣੇ ਹੋ। ਸਾਹਿਬ ਕਹਿਣ ਲੱਗੇ, ਪੁੱਤਰ ਹਰਗੋਬਿੰਦ, ਸਮਾਂ ਆ ਗਿਆ ਹੈ ਤੇ ਉਹਦਾ ਹੁਕਮ ਵਰਤਣਾ ਹੈ। ਅਸਾਂ ਸਾਕਾ ਲਾਹੌਰ ਵਰਤਾਉਣਾ ਤੇ ਜਾਮੇ ਸ਼ਹਾਦਤ ਦਾ ਪਿਆਲਾ ਪੀਣਾ, ਉਥੋਂ ਵਾਪਸ ਨਹੀਂ ਜੇ ਵਰਤਣਾ। ਜਦੋਂ ਇਹ ਵਚਨ ਕੀਤੇ ਤਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇਤਰ ਤੇ ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੇ ਨੇਤਰ ਵੀ ਸਜਲ ਹੋ ਗਏ। ਕਹਿਣ ਲੱਗੇ, ਮਹਾਰਾਜ ਇਹ ਕੀ ਭਾਣਾ ਹੈ? ਸਾਹਿਬ ਕਹਿੰਦੇ, ਬਾਬਾ ਜੀ ਸਮਾਂ ਆ ਗਿਆ ਹੈ, ਲਾਹੌਰ ਜਾਣਾ ਹੈ, ਸਾਕਾਂ ਵਰਤਾਉਣਾ ਪਰ ਪਰਤ ਕੇ ਨਹੀਂ ਜੇ ਆਉਣਾ। ਇਸ ਲਈ ਲਿਆਓ 5 ਪੈਸੇ ਤੇ ਨਰੇਲ, ਅਸੀਂ ਇਹ ਤਖਤ ਹਰਗੋਬਿੰਦ ਨੂੰ ਅੱਜ ਦੇਣਾ ਹੈ। ਸਾਹਿਬ ਦਾ ਹੁਕਮ ਮੰਨਿਆ। ਥਾਲੀ ਦੇ ਵਿੱਚ 5 ਪੈਸੇ ਤੇ ਨਾਰੀਅਲ ਨਰੇਲ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਨੇ ਲਿਆਂਦਾ ਤੇ ਪੰਚਮ ਪਾਤਸ਼ਾਹ ਜੀ ਨੂੰ ਉਹ ਥਾਲੀ ਪਕੜਾਈ। ਪਿਤਾ ਸਤਿਗੁਰੂ ਨੇ ਥਾਲੀ ਆਪਣੇ ਹੱਥ ਵਿੱਚ ਪਕੜੀ ਔਰ ਆਪਣੇ ਪੁੱਤਰ ਦੀਆਂ ਪਰਿਕਰਮਾ ਕੀਤੀਆਂ ਤੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ। ਇੱਕ ਪਿਤਾ ਨੇ ਆਪਣੇ ਪੁੱਤਰ ਦੇ ਚਰਨਾਂ ਤੇ ਤਖਤ ਬਖਸ਼ ਦਿੱਤਾ। ਸਾਹਿਬ ਕਹਿਣ ਲੱਗੇ, ਬਾਬਾ ਜੀ ਇਹ ਬਾਤ ਆਪਣੇ ਦਰਮਿਆਨ ਹੈ। ਜਦੋਂ ਸਾਕਾ ਲਾਹੌਰ ਵਰਤ ਜਾਵੇਗਾ, ਜਿਹੜੇ 5 ਸਿੱਖ ਸਾਡੇ ਨਾਲ ਚੱਲੇ ਨੇ, ਧੰਨ ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਭਾਈ ਲਗਾ ਜੀ, ਇਹ 5 ਸਿੱਖ ਵਾਪਸ ਵਰਤਣਗੇ ਜਦੋਂ ਅੰਮ੍ਰਿਤਸਰ ਸਾਹਿਬ ਤੇ ਸਾਕਾ ਲਾਹੌਰ ਸੁਣਾਉਣਗੇ ਤੁਹਾਨੂੰ ਸਾਰਿਆਂ ਨੂੰ। ਤੇ ਬਾਬਾ ਜੀ ਬਾਕੀ ਜਿਹੜੀ ਰਸਮ ਹੈ ਉਹ ਤੁਸੀਂ ਫਿਰ ਸੰਗਤ ਵਿੱਚ ਕਰਨੀ ਹੈ। ਅੱਜ ਅਸਾਂ ਗੁਰਿਆਈ ਹਰਗੋਬਿੰਦ ਨੂੰ ਬਖਸ਼ ਦਿੱਤੀ ਹੈ। ਫਿਰ ਜਦੋਂ ਸਾਹਿਬ ਜੀ ਨੇ ਸਾਕਾ ਲਾਹੌਰ ਵਰਤਾਇਆ, 5 ਸਿੱਖ ਵਾਪਸ ਵਰਤਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਨਤਮਸਤਕ ਹੁੰਦੇ ਨੇ। ਸਾਹਿਬ ਕਹਿਣ ਲੱਗੇ, ਸਿੱਖੋ, ਪਿਤਾ ਸਤਿਗੁਰੂ ਤੇ ਸਾਰਾ ਸਾਕਾ ਸੁਣਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੇ ਵੀਰ ਰਸ ਵਿੱਚ ਆਏ ਸਾਹਿਬ ਸੱਚੇ ਪਾਤਸ਼ਾਹ। ਤੇ ਫਿਰ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਫਿਰ ਬਾਕੀ ਦੀ ਰਸਮ ਹੋਈ, ਪਰ ਜਿਹੜੀ ਗੁਰਿਆਈ ਹੈ ਉਹ ਪੰਚਮ ਪਾਤਸ਼ਾਹ ਨੇ ਗੁਰਦੁਆਰਾ ਕੋਠੜੀ ਸਾਹਿਬ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ। ਜਦੋਂ ਸਤਿਗੁਰੂ ਨੇ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਤੇ ਕੁਝ ਬਚਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ। ਕਹਿਣ ਲੱਗੇ, ਪੁੱਤਰ, ਹੁਣ ਤੁਸੀਂ ਗੁਰੂ ਬਣ ਚੁੱਕੇ ਹੋ, ਹੁਣ ਹਰਗੋਬਿੰਦ ਤੋਂ ਗੁਰੂ ਹਰਗੋਬਿੰਦ ਸਾਹਿਬ ਹੋ ਚੁੱਕੇ ਹੋ। ਸਾਡੀਆਂ ਬੇਨਤੀਆਂ ਸੁਣੋ। ਧੰਨ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਜੋ ਵੀ ਕਰਨ, ਇਹਨਾਂ ਦਾ ਬਚਨ ਕਦੇ ਉਲਟਾਉਣਾ ਨਹੀਂ। ਤੁਸੀਂ
ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਸ਼ਬਦ ਦਾ ਅਭਿਆਸ ਕਰਨਾ ਹੈ। ਉਹ ਸਾਰੇ ਵਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਂ ਉਮਰ ਨਿਭਾਉਣੇ ਕੀਤੇ ਤੇ ਸੰਗਤ ਵਿੱਚ ਜਾ ਕੇ ਚੌਂਕੜਾ ਮਾਰ ਕੇ ਆਪ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੀਰਤਨ ਘੰਟਿਆਂ ਬੱਧੀ ਸ਼ਰਵਣ ਕਰਦੇ। ਇਹ ਪਹਿਲੇ ਸਤਿਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੇ ਸਹਿਜ ਪਾਠ ਦੀ ਮਰਿਆਦਾ ਤੋੜੀ। ਪਿਤਾ ਸਤਿਗੁਰੂ ਦੀ ਸ਼ਹਾਦਤ ਹੋਈ, ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ, ਬਾਬਾ ਜੀ ਪਿਤਾ ਸਤਿਗੁਰੂ ਦੇ ਨਿਮਿਤ ਸਹਿਜ ਪਾਠ ਕੀਤਾ ਜਾਵੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤ ਬਚਨ ਮਹਾਰਾਜ, ਜਿਤਨਾ ਸਮਾਂ ਬਾਬਾ ਬੁੱਢਾ ਸਾਹਿਬ ਜੀ ਬਾਣੀ ਪੜ੍ਹਦੇ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਬਾਣੀ ਸ਼ਰਵਣ ਕਰਦੇ ਤੇ ਕਿਸੇ ਨੂੰ ਹੁਕਮ ਨਹੀਂ ਸੀ ਵੀ ਸਤਿਗੁਰੂ ਨੂੰ ਕੋਈ ਵੀ ਆ ਕੇ ਗੱਲ ਕੋਈ ਕਹਿ ਸਕੇ। ਤੇ ਜਿਤਨਾ ਸਮਾਂ ਬਾਬਾ ਬੁੱਢਾ ਸਾਹਿਬ ਜੀ ਗੁਰਬਾਣੀ ਪੜ੍ਹਦੇ, ਉਤਨਾ ਸਮਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੌਰ ਸਾਹਿਬ ਕਰਨ ਦੀ ਸੇਵਾ ਕਰਦੇ। 13ਵੇਂ ਦਿਨ ਪਹਿਲੇ ਸਹਿਜ ਪਾਠ ਦਾ ਭੋਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਵਾਇਆ ਤੇ ਜਦੋਂ ਭੋਗ ਪਿਆ ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਨੇ 5 ਘੋੜੇ, 1 ਹਾਥੀ ਔਰ 500 ਮੋਹਰਾਂ ਦਿੱਤੀਆਂ। ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਇਹ ਕਿਹਾ? ਸਤਿਗੁਰੂ ਕਹਿੰਦੇ, ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਨਮਾਨ ਹੈ। ਤੁਸਾਂ ਸਾਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਸ਼ਰਵਣ ਕਰਵਾਈ ਹੈ। ਇਹ ਤੇ ਕੁਛ ਵੀ ਨਹੀਂ, ਇਹ ਤੇ ਤੁਛ ਮਾਤਰ ਭੇਟਾ ਹੈ। ਬਾਬਾ ਬੁੱਢਾ ਸਾਹਿਬ ਜੀ, ਇਹ ਤੁਹਾਡਾ ਸਨਮਾਨ ਹੈ। ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਸਤਿਗੁਰੂ ਜੀ ਦੇ ਸਾਹਮਣੇ ਥਾਲ ਆ ਜਾਂਦਾ ਪ੍ਰਸ਼ਾਦੇ ਦਾ, ਤਾਂ ਮਹਾਰਾਜ ਜੀ ਆਪਣੇ ਪ੍ਰਸ਼ਾਦੇ ਵਿੱਚੋਂ ਇੱਕ ਗਰਾਹੀ ਤੋੜਦੇ ਤੇ ਥਾਲ ਦੇ ਵਿੱਚ ਰੱਖ ਦਿੰਦੇ। ਜਦੋਂ ਸਤਿਗੁਰੂ ਪ੍ਰਸ਼ਾਦਾ ਛਕ ਹਟਦੇ, ਫਿਰ ਉਹੀ ਜਿਹੜੀ ਗਰਾਹੀ ਹੈ ਉਹ ਤੋੜ ਕੇ ਸਤਿਗੁਰੂ ਪੰਛੀਆਂ ਨੂੰ ਪਾਇਆ ਕਰਦੇ। ਐਸੇ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਾਵਨ ਗੁਰਤਾ ਗੱਦੀ ਗੁਰਪੁਰਬ ਆਪ ਸੰਗਤਾਂ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਅੱਜ ਇਹ ਪਾਵਨ ਗੁਰਪੁਰਬ ਮਨਾ ਰਹੀ ਹੈ। ਸੋ ਬਹੁਤ ਬਹੁਤ ਵਧਾਈਆਂ ਆਪ ਜੀ ਨੂੰ, ਜੋ ਸਾਹਿਬ ਜੀ ਨੇ ਪਾਵਨ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ, ਸਾਹਿਬ ਜੀ ਨੇ ਉਹਦਾ ਜੋ ਭਾਵ ਦਰਸਾਇਆ ਹੈ। ਮਹਾਰਾਜ ਕਹਿੰਦੇ, ਭਾਈ ਸਿੱਖੋ, ਇੱਕ ਪਰਮੇਸ਼ਰ ਦਾ ਨਾਮ ਜਪੋ, ਇੱਕ ਪ੍ਰਭੂ ਦੇ ਨਾਮ ਤੋਂ ਬਿਨਾ, ਸਿਮਰਨ ਤੋਂ ਬਿਨਾ, ਜਪ ਤੋਂ ਬਿਨਾ ਬਾਕੀ ਤੁਹਾਡੇ ਜਿਤਨੇ ਵੀ ਕਰਮ ਨੇ ਉਹ ਕਿਸੇ ਅਰਥ ਨਹੀਂ, ਜੇਕਰ ਤੁਹਾਡੇ ਪੱਲੇ ਪ੍ਰਭੂ ਦਾ ਸਿਮਰਨ ਨਹੀਂ। ਸੋ ਇੱਕ ਬੇਨਤੀ ਹੈ ਵੀ ਕੱਲ ਕਿਸੇ ਦੇ ਕੁਝ ਰੁਪਈਏ ਡਿਗੇ ਨੇ, ਜੋ ਸਰਦਾਰ ਜਗਤਾਰ ਸਿੰਘ ਜੀ ਨੂੰ ਪੌੜੀਆਂ ਜੋ ਮਿਲੇ ਨੇ, ਜਿਸ ਕਿਸੇ ਦੇ ਵੀ ਉਹ ਪੈਸੇ ਹੋਣ, ਜਗਤਾਰ ਸਿੰਘ ਜੀ ਬੈਠੇ ਨੇ, ਸਰਦਾਰ ਜਗਤਾਰ ਸਿੰਘ ਸੰਗਤ ਵਿੱਚ, ਆਪਣੀ ਨਿਸ਼ਾਨੀ ਦੱਸ ਕੇ ਉਹ ਪੈਸੇ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਜੇਕਰ ਉਹ ਪੈਸੇ ਲੈਣ ਕੋਈ ਹੁਣ ਨਹੀਂ ਆਉਂਦਾ ਤਾਂ ਉਹ ਸੰਗਤ ਦੇ ਸਾਹਮਣੇ ਉਹੀ ਮਾਇਆ ਗੁਰੂ ਕੀ ਗੋਲਕ ਦੇ ਵਿੱਚ ਪਾ ਦੇਣਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਘਰ ਦੇ ਸ਼ਰਧਾਲੂ ਪਰਿਵਾਰ, ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕਰਕੇ ਸਤਿਗੁਰਾਂ ਦੇ ਸਨਮੁਖ ਗੁਰੂ ਘਰ ਵੱਲੋਂ ਆਪਣਾ ਸਿਰਪਾਉ ਲੈਣ। ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ। ਹਾਂਜੀ, ਨਿਰਮਲ ਸਿੰਘ ਜੀ ਆ ਜਾਓ, ਮਾੜਾ ਜਿਹਾ। ਦੇਵ ਸਿੰਘ ਜੀ ਆ ਜਾਓ। ਬੋਲੇ ਸੋ ਨਿਹਾਲ। ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਸਤਿਨਾਮ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ। ਸਤਿਨਾਮ 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 ਜੀ। 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁਤਰੇ ਪਾਰ। ਜੋ ਸਰਦਾ ਕਰ ਸੇਵਨ, ਗੁਰਕਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵਨ, ਗੁਰ ਕਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਕਿ ਸਰਦਾਰ ਬਲਵਿੰਦਰ ਸਿੰਘ ਜੀ ਪਰਿਵਾਰ ਵੱਲੋਂ ਚਾਹ ਦੇ ਲੰਗਰ ਤਿਆਰ ਕਰਵਾਏ ਗਏ ਨੇ। ਸਾਰੀ ਸੰਗਤਾਂ ਨੇ ਚਾਹ ਦਾ ਲੰਗਰ ਛਕ ਕੇ ਜਾਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ